वालेकुम नाज़रीन, मैं हूं अब्दाल अब्बासी। नाज़रीन, इस वक्त मेरे साथ जो शख्सियत मौजूद हैं किसी तारफ़ के मोहताज नहीं, दुखी इंसानियत की खिदमत करने वाली और अवाम दोस्त शख्सियत सरदार मोहम्मद रफ़ीक गुजर, एडिशनल जनरल सेक्रेटरी पाकिस्तान मुस्लिम लीग नून, फेडरल कैपिटल इस्लामाबाद। आज इनसे हम बात करेंगे और ख़ास करके सबसे पहले महंगाई के ऊपर बात करेंगे कि मुल्क में महंगाई का तूफ़ान है। इस वक्त हर गरीब शख्स महंगाई की चक्की में पिस कर रह गया। आइए इन्हीं से जानते हैं, इनके पास बड़ी अवाम आती है, बैठती है, क्योंकि ये अवामी लीडर हैं, तो इन्हीं से जानते हैं कि अवाम क्या कहती है इनको और महंगाई के हवाले से ये क्या कहते। ਕੀ ਕਹਿਣਾ, ਮੇਰਾ ਖਿਆਲ ਹੈ ਮੇਰੇ ਤੋਂ ਬਿਹਤਰ ਤੁਸੀਂ ਸਮਝਦੇ ਹੋ। ਤੁਹਾਡੇ ਨਾਲ ਵੀ ਉਹੀ ਮਹਿੰਗਾਈ ਤੁਹਾਡੇ ਵਾਸਤੇ ਵੀ ਉਨੀ ਹੈ ਜਿਹੜੀ ਆਵਾਮ ਵਾਸਤੇ ਵੀ ਸਾਡੇ ਵਾਸਤੇ ਵੀ ਉਨੀ ਹੈ। ਸਭ ਤੋਂ ਮਸਲਾ ਹੀ ਪਹਿਲਾਂ ਮਹਿੰਗਾਈ ਦਾ ਇਮਰਾਨ ਖਾਨ ਨੂੰ ਨੇ ਝੂਠੇ ਲੋਕਾਂ ਨੂੰ ਖਾਬ ਵਿਖਾਏ ਸਨ। ਉਹ ਖਾਬ ਵਿਖੂ ਕੇ ਤੇ ਮੇਰਾ ਮਤ ਚਲੋ ਆ ਤੇ ਗਿਆ। ਇਹਦਾ ਕੰਮ ਸੀ ਕਮ ਅਜ਼ ਕਮ ਇਹਨਾਂ ਗਰੀਬ ਲੋਕਾਂ ਨੇ ਉਹਨਾਂ ਟੁੱਕਰ ਮੇਰਾ ਮਤ ਕਮ ਅਜ਼ ਕਮ ਬਾਸਾਨੀ ਖਾਨ ਦੀ ਆਸਾਨੀ ਪੈਦਾ ਕਰ ਦਿੰਦਾ। ਚਲੋ ਇਹ ਰੋਟੀ ਤਾਂ ਖਾ ਸਕਦੇ ਇੱਕ ਵਕਤ ਦੀ। ਇੱਥੇ ਮੇਰੇ ਕੋਲ ਡੇਰੇ 'ਤੇ ਰੋਂਦੇ ਨੇ ਲੋਕ, ਆਉਂਦੇ ਨੇ, ਉਹ ਨਵਾਜ਼ ਸ਼ਰੀਫ ਦੌਰ ਨੂੰ ਯਾਦ ਕਰਦੇ ਨੇ, ਮੀਆਂ ਸਾਹਿਬ ਨੂੰ ਯਾਦ ਕਰਦੇ ਨੇ ਮਸਲਨ। ਉਹ ਕਿਉਂ ਉਹਨਾਂ ਦੇ ਇਹ ਤਾਂ ਤਖਤੀਆਂ ਸਿਰਫ ਲਾ ਰਹੇ ਨੇ ਨਾ, ਉਹਨਾਂ ਦੇ ਕੰਮਾਂ ਦੇ ਉੱਤੇ ਤਖਤੀਆਂ ਲਾਤੀਆਂ, ਤਖਤੀਆਂ ਲਾ ਕੇ ਗਿਣੀ ਗਏ ਪੀਣੀਆਂ, ਇੰਨੇ ਕੰਮਾਂ 'ਤੇ ਅਸੀਂ ਤਖਤੀਆਂ ਲਾਤੀਆਂ। ਜੈਨੂਅਨ ਕੰਮ ਕਿਹੜਾ ਕੀਤਾ ਇਹਨਾਂ ਨੇ, ਮੈਨੂੰ ਦੱਸੋ ਨਾ। ਜੈਨੂਅਨ ਕੰਮ ਇੱਕੋ ਹੀ ਸੀ ਵੀ ਇਹ ਮਹਿੰਗਾਈ 'ਤੇ ਕੰਟਰੋਲ ਕਰ ਲੈਂਦੇ। ਮੇਰਾ ਖਿਆਲ ਇਹ ਕਾਫੀ ਸੀ। ਫਿਰ ਇਹ ਰੋਜ਼ ਇਹਨੇ ਰੌਲਾ ਪਾਇਆ ਹੁੰਦਾ ਵੀ ਇਹਨਾਂ ਨੂੰ ਨਹੀਂ ਮੈਂ ਦਿੰਦਾ, ਇਹਨਾਂ ਨੂੰ ਨਹੀਂ ਦਿੰਦਾ। ਇਹ ਤੁਸੀਂ ਵੇਖਿਆ ਨਹੀਂ ਹੁਣ ਆਡੀਟਰ ਨੇ ਜਿਹੜਾ ਜਾਰੀ ਕੀਤਾ ਉਹ ਇਹਨਾਂ ਨੂੰ ਹੀ ਹੈ ਨਾ, ਕਿਉਂਕਿ ਇਹਨਾਂ ਦੇ ਆਪਣੇ ਬੜੇ ਸਕੈਂਡਲ ਨੇ। ਚੀਨੀ ਸਕੈਂਡਲ ਹੈ ਤੁਹਾਡੇ ਸਾਹਮਣੇ, ਫਿਰ ਲਿੰਕ ਰੋਡ ਵਾਲਾ ਸਕੈਂਡਲ ਹੈ, ਹੋਰ 50 ਸਕੈਂਡਲ ਨੇ ਇਹਨਾਂ ਦੇ। ਫਿਰ KPK ਦਾ ਮਸਲਾ ਹੈ ਸਾਰਾ। ਇਹ ਮੇਰਾ ਮਤਲਬ ਆਪਣੇ ਆਪ ਨੂੰ ਤਹਫ਼ੁਜ਼ ਦੇ ਰਹੇ ਨੇ। ਆਈ ਸਮਝ, ਹੋਰ ਕੋਈ ਐਡੀ ਨਹੀਂ। ਹਕੂਮਤ ਤੁਹਾਡੇ ਸਾਹਮਣੇ ਇਹ ਨਾਕਾਮ ਤਰੀਨ ਬੰਦਾ ਹੈ। ਅਤੇ ਅੱਜ ਤਾਂ ਆਵਾਮ ਨੂੰ ਨਾ ਸਿਰਫ ਲੀਡਰ ਕੋਈ ਚਾਹੀਦਾ ਜਿਹੜਾ ਬਾਹਰ ਨਿਕਲੇ ਅਤੇ ਆਵਾਮ ਨਿਕਲਣ ਵਾਸਤੇ ਤਿਆਰ ਹੈ। ਆਵਾਮ ਜਿਹੜੀ ਹੈ ਉਹ ਸਾਡੇ ਤੋਂ ਜ਼ਿਆਦਾ ਆਵਾਜ਼ ਆ ਰਹੀ। ਮੈਂ ਆਪ ਵੇਖਿਆ ਨਾ। ਅਤੇ ਹੁਣ ਇੱਕ ਬੰਦੇ ਦੀ ਤਨਖਾਹ ਹੈ 21-22 ਹਜ਼ਾਰ ਰੁਪਈਆ, 10,000 ਰੁਪਈਆ ਉਹ ਕਿਰਾਇਆ ਦਿੰਦਾ ਹੈ, 10,000 ਰੁਪਇਆ ਉਹਨੂੰ ਬਚਦਾ। ਉਹ 'ਚ ਉਹਨੇ ਕਿਰਾਇਆ ਲਾ ਕੇ ਦਫ਼ਤਰ ਵੀ ਜਾਣਾ, ਉਹਨੇ ਆਪਣੇ ਬੱਚੇ ਵੀ ਪਾਲਣੇ ਨੇ। ਮੈਨੂੰ ਇਹ ਇਮਰਾਨ ਖਾਨ ਹੀ ਉਹਨਾਂ ਦਾ ਬਜਟ ਬਣਾ ਕੇ ਦੱਸ ਦੇਵੇ। ਇਸ ਵਾਸਤੇ ਇਹਨੇ ਮੁਲਕ ਦੀ ਤਬਾਹੀ ਲਾਤੀ ਹਰ ਲਿਹਾਜ਼ ਨਾਲ ਹੀ, ਮੁਆਸ਼ੀ ਲਿਹਾਜ਼ ਨਾਲ ਵੀ ਵੇਖ ਲਓ ਨਾ। अब क्या समझते हैं, करप्शन ज़्यादा हुई है इसके दौर में? ਕਰਪਸ਼ਨ ਇਹਦੇ ਦੌਰ 'ਚ ਮੇਰਾ ਮਤਲਬ ਅਗਰ 10% ਸੀ ਨਾ ਸਾਡੇ ਦੌਰ 'ਚ, ਇਹਦੇ ਪਰਸੈਂਟ 30% ਹੈ। ਹਰ ਕੰਮ 'ਚ 3 ਗੁਣਾ ਜ਼ਿਆਦਾ ਹੋ ਗਿਆ। ਮਸਲਨ ਇਹ ਆਪ ਦੋ ਹੱਥਾਂ ਨਾਲ ਉੱਠਦੇ ਪਏ ਨੇ। ਇਹ ਸਾਦਕ ਕਮੀਨ ਇਹ ਹਕੂਮਤ ਜਾਣ ਦੀ ਦੇਰ ਹੈ, ਫਿਰ ਤੋਂ ਸਾਦਕ ਕਮੀਨ ਸਾਰਾ ਸਾਹਮਣੇ ਆ ਜਾਣਾ। ਅਲੀਮਾ ਖਾਂ ਤੁਸੀਂ ਜ਼ਰਾ ਸੋਚੋ, ਉਹ ਸਿਲਾਈ ਮਸ਼ੀਨਾਂ ਤੋਂ ਮਸਲਨ ਇਹ ਐਡੀ ਵੱਡੀ ਮੇਰਾ ਮਤਲਬ ਲੈਣ ਲਾਟ ਹੋ ਸਕਦੀ ਹੈ, ਅਤੇ ਉਹਨੂੰ ਵਜ਼ੀਰ ਖਜ਼ਾਨਾ ਲਾ ਦੇਣ। ਇੰਨੇ ਵਜ਼ੀਰ ਖਜ਼ਾਨਾ ਰੋਜ਼ ਬਦਲਣ ਦੀ ਲੋੜ ਕਿਹੜੀ ਹੈ? ਉਹ ਜੋ ਐਡੀ ਲੈ ਕੇ ਬਿਲਕੁਲ ਫਿਰ ਉਹਦਾ ਕੇਸ ਨਹੀਂ ਕਦੀ ਪੁੱਟਾ ਪੋਇਆ। ਖਾਨ ਸਾਹਿਬ ਕਹਿ ਰਹੇ ਨੇ ਕਿ ਅਸੀਂ ਜਿਹੜਾ ਤੇ ਕਿਉਂਕਿ ਤੁਹਾਡੀ ਜ਼ਬਾਨ ਤੇ ਗੱਲ ਕਰੀਏ ਨਾ ਪੰਜਾਬੀ ਤੇ ਹੁਣ, ਖਾਨ ਸਾਹਿਬ ਕਹਿ ਰਹੇ थे कि ਅਸੀਂ ਮੁਲਕ ਵਿੱਚ ਮਹਿੰਗਾਈ ਨੂੰ ਖਤਮ ਕਰਾਂਗੇ, ਮਹਿੰਗਾਈ ਖਤਮ ਹੋ ਗਈ। ਤੁਸੀਂ ਕੀ ਸਮਝਦੇ ਹੋ ਕਿ ਖਾਨ ਸਾਹਿਬ ਬੜੇ ਬੜੇ ਦਾਅਵੇ ਕੀਤੇ ਨੇ ਤੇ ਕਿ ਉਹ ਹੁਣ ਵੀ ਕਰ ਰਹੇ ਕਿ ਇੰਤਜ਼ਾਰ ਕਰੋ ਤੇ ਕਿ ਅਸੀਂ ਇੰਤਜ਼ਾਰ ਕਰਾਂ, ਤੁਸੀਂ ਇੰਤਜ਼ਾਰ ਕਰ ਸਕਦੇ ਹੋ? ਕੀ ਹਾਲਾਤ ਸਨ ਅਤੇ ਅੱਜ ਕੀ ਹਾਲਾਤ ਨੇ। ਆਈ ਸਮਝ, ਬਹੁਤ ਗਰੀਬ ਅਤੇ ਗਰੀਬ ਤਰ ਹੋ ਗਿਆ ਨਾ ਯਾਰ। ਫਿਰ ਮੈਂ ਵੇਖਿਆ ਵੀ ਸਾਡੇ ਵਰਗੇ ਬੰਦਿਆਂ ਨੂੰ ਕਦੇ ਕੋਈ ਫਰਕ ਨਹੀਂ ਸੀ ਪਿਆ। ਸਾਡੇ ਵਰਗੇ ਬੰਦੇ ਵੀ ਸੋਚਦੇ ਨੇ ਕਿ ਹੁਣ ਕਿਚਨ ਦਾ ਹੀ ਇੰਨਾ ਖਰਚਾ ਆ ਗਿਆ। ਇਸ ਵਾਸਤੇ ਕੋਈ ਖਾਸ ਕਾਮਯਾਬੀ ਨਹੀਂ, ਨਕਾਮੀ ਹੈ। ਅੱਜ ਇਲੈਕਸ਼ਨ ਹੋ ਜਾਣ, ਸਵੇਰੇ ਮੀਆਂ ਸਾਹਿਬ ਦਾ ਮਤਲਬ ਸਮਝ ਲਓ कि मियाँ साहब जिन्हों भी खंबे में खिला दें वो भी जीतेगा। जी नाज़रीन, बिल्कुल हमने जब बात की तो इनका यही कहना है कि मुल्क में वाकई इस वक्त महंगाई का एक तूफ़ान है और ख़ास करके वज़ीर-ए-आज़म इमरान ख़ान साहब महंगाई को कंट्रोल करने में मुकम्मल तरह से नाकाम हो चुके हैं। अवाम इनके पास आती है, ये अवामी लीडर हैं और अवाम इनके पास आके रोती है
کیونکہ وہ یاد کرتی ہے، ان کا یہ کہنا ہے کہ وہ یاد کرتی ہے میاں محمد نواز شریف کے دور کو، اور وہ یہ کہتی ہے کہ کاش وہ دور آ جائے کہ جس میں ہمیں تو غریب شخص یہ کہتا ہے کہ ہمیں تو مہنگائی سے غرض ہے، مہنگائی اگر اوپر جائے گی تو ہم اگر 500 کی دہڑی کماتے ہیں، 500 دہڑی لیتے ہیں تو ہمارا خرچہ جو ہے 1500 خرچہ ہے، تو وہ کیسے گزارا کریں گی؟ تو خان صاحب خدا را غریب عوام پر رحم کریں اور غریب عوام کو ریلیف فراہم کریں۔ ان کا بھی یہی مطالبہ ہے، ان کا آپ سے کوئی اختلافات نہیں ہیں، صرف اختلافات یہ ہیں کہ مہنگائی کو کنٹرول کریں، اور خاص کر کے جو اس وقت ملک میں مہنگائی ہے اس کو کنٹرول کیا جائے۔ مجھے دیجیے گا اجازت، انشاءاللہ کسی نئے ٹاپک کے ساتھ آپ کی خدمت میں حاضر ہوں گا، تب تک کے لیے اللہ حافظ۔